सत श्री अकाल कनेडियन साथ मैं हाँ शीतल ठाकुर लेके हाजिर हुई हाँ खबरों का बुलेटिन। आओ फिर शुरुआत कर दी इन्हां चोणवीआं खबरों तो। अमेरिका ने 9 दिनों के लगभग 4000 हैती वासियों नूं कीता डिपोर्ट। कैलीफोर्निया की धरती ते पैण वाले प्रभावां नूं दर्ज करने दे लई सैटेलाइट की गई लॉन्च। मैसाचुसेट्स के सैकड़े पुलिस अधिकारियों ने कोरोना वैक्सीन की जरूरत के कारण दिता अस्तीफा। किवें मनाया जाए नैशनल डे फॉर ट्रुथ एंड रिकॉन्सिलेशन। 18 ਤੋਂ 24 ਸਾਲ ਦੇ ਲੋਕਾਂ ਨੂੰ ਮੋਡਰਨਾ ਦੀ ਥਾਂ ਫਾਈਜ਼ਰ ਵੈਕਸੀਨ ਲਗਵਾਉਣ ਦੀ ਦਿੱਤੀ ਗਈ ਸਲਾਹ। ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਐਮਪੀਜ਼ ਘਰੇ ਹੀ ਰਹਿਣ ਕਿਹਾ ਬਲਾਂਸ਼ੇ ਨੇ। ਹੁਣ ਪੀਐਮ ਪੋਸ਼ਣ ਦੇ ਨਾਮ ਦੇ ਨਾਲ ਜਾਣੀ ਜਾਵੇਗੀ ਮਿਡ ਡੇ ਮੀਲ ਯੋਜਨਾ। ਪੰਜਾਬ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਡੁੱਲੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਵਿਗੜਿਆ। ਪੰਜਾਬ ਕਾਂਗਰਸ ਦੀ ਮੌਜੂਦਾ ਹਾਲਤ ਤੇ ਵਾਇਰਲ ਹੋ ਰਹੇ ਨੇ ਬਹੁਤ ਸਾਰੇ ਮੀਮਸ। ਹਿਮਾਚਲ ਦੇ ਬਾਰਡਰ ਮੁੜ ਹੋਏ ਸੀਲ, ਕਈ ਸ਼ਰਤਾਂ ਦੇ ਤਹਿਤ ਮਿਲੇਗੀ ਐਂਟਰੀ। सीएम चन्नी दे वल्लों पाबंदियां दे विच ढिल, अंदरूनी इकट्ठ 150 तो वधा के 300 ਅਤੇ ਬਾਹਰੀ ਇਕੱਠ 300 ਤੋਂ 500 ਤੱਕ ਕਰਨ ਦੇ ਦਿੱਤੇ ਗਏ ਹੁਕਮ। ਅਮਿਤ ਸ਼ਾਹ ਤੇ ਕੈਪਟਨ ਦੀ ਹੋਈ ਮੁਲਾਕਾਤ, ਚਰਚਾ ਦੇ ਵਿੱਚ ਰਾਜਾ ਵੜਿੰਗ ਨੇ ਸਾਬਕਾ ਮੁੱਖ ਮੰਤਰੀ ਨੂੰ ਦਿੱਤੀ ਸਲਾਹ। ਜ਼ਿਮਨੀ ਚੋਣਾਂ ਤਹਿਤ ਭਵਾਨੀਪੁਰ ਦੇ ਵਿੱਚ VOTING ਜਾਰੀ, ਮਮਤਾ ਦੀਦੀ ਅਤੇ ਪ੍ਰਿਯੰਕਾ ਦੇ ਵਿਚਾਲੇ ਸਖਤ ਮੁਕਾਬਲਾ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਦੇ ਟੈਕਸਾਸ ਦੇ ਵਿੱਚ ਇੱਕ ਪੁਲ ਦੇ ਹੇਠਾਂ ਇਕੱਠੇ ਹੋਏ ਹਜ਼ਾਰਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿੱਚੋਂ ਬਾਈਡਨ ਪ੍ਰਸ਼ਾਸਨ ਨੇ ਸਿਰਫ 9 ਦਿਨਾਂ ਦੇ ਵਿੱਚ ਲਗਭਗ 4000 ਹੈਤੀ ਵਾਸੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ। ਇਹਨਾਂ ਦੇ ਵਿੱਚ ਸੈਂਕੜੇ ਪਰਿਵਾਰ ਬੱਚਿਆਂ ਦੇ ਸਮੇਤ ਸਨ ਅਤੇ ਉਹਨਾਂ ਨੂੰ ਸ਼ਰਤ ਮੰਗਣ ਦੀ ਆਗਿਆ ਦਿੱਤੇ ਬਗੈਰ ਵਾਪਸ ਭੇਜਿਆ ਗਿਆ। ਬਾਈਡਨ ਪ੍ਰਸ਼ਾਸਨ ਨੇ ਇਹਨਾਂ ਪ੍ਰਵਾਸੀਆਂ ਨੂੰ ਕੋਰੋਨਾ ਮਹਾਮਾਰੀ ਦੇ ਦੌਰਾਨ ਟਰੰਪ ਪ੍ਰਸ਼ਾਸਨ ਦੇ ਦੁਆਰਾ ਬਣਾਈ ਐਮਰਜੈਂਸੀ ਨੀਤੀ ਦੇ ਤਹਿਤ ਜਨਤਕ ਤੌਰ ਤੇ ਡਿਪੋਰਟ ਕੀਤਾ ਗਿਆ, ਜਿਸ ਨੂੰ ਟਾਈਟਲ 42 ਵਜੋਂ ਜਾਣਿਆ ਜਾਂਦਾ ਹੈ। ਹੋਮਲੈਂਡ ਸਿਕਿਉਰਿਟੀ ਵਿਭਾਗ ਦੇ ਅੰਕੜੇ ਦੇ ਅਨੁਸਾਰ 19 ਸਤੰਬਰ ਅਤੇ 27 ਸਤੰਬਰ ਦੇ ਵਿਚਕਾਰ 37 ਡਿਪੋਰਟ ਉਡਾਣਾਂ 3936 ਪ੍ਰਵਾਸੀਆਂ ਦੇ ਨਾਲ ਹੈਤੀ ਦੇ ਵਿੱਚ ਉਤਰੀਆਂ, ਜਿਨ੍ਹਾਂ ਦੇ ਵਿੱਚ 2300 ਮਾਪੇ ਅਤੇ ਬੱਚੇ ਸ਼ਾਮਲ ਸਨ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ ਦੇ ਅਨੁਸਾਰ ਡਿਪੋਰਟ ਕੀਤੇ ਗਏ ਹੈਤੀ ਵਾਸੀਆਂ ਦੇ ਵਿੱਚੋਂ ਕੁਝ ਪਹਿਲਾਂ ਚਿਲੀ, ਬ੍ਰਾਜ਼ੀਲ ਅਤੇ ਹੋਰ ਦੱਖਣੀ ਅਮਰੀਕੀ ਦੇਸ਼ਾਂ ਦੇ ਵਿੱਚ ਰਹਿੰਦੇ ਨੇ। ਇਸ ਤੋਂ ਇਲਾਵਾ IOM ਦੇ ਅਨੁਸਾਰ ਡਿਪੋਰਟ ਕੀਤੇ ਨਿਵਾਸੀਆਂ ਦੇ ਵਿੱਚ 44% ਔਰਤਾਂ ਤੇ ਬੱਚੇ ਹਨ ਅਤੇ 210 ਤੋਂ ਵੱਧ ਬੱਚੇ ਚਿਲੀ, ਬ੍ਰਾਜ਼ੀਲ, ਵੈਨਜ਼ੂਏਲਾ ਅਤੇ ਪਨਾਮਾ ਦੇ ਵਿੱਚ ਪੈਦਾ ਹੋਏ ਨੇ, ਜਿਨ੍ਹਾਂ ਨੂੰ ਉਹਨਾਂ ਦੇ ਹੈਤੀਆਈ ਜੰਮਪਲ ਮਾਪਿਆਂ ਦੇ ਨਾਲ ਡਿਪੋਰਟ ਕੀਤਾ ਗਿਆ। ਉਧਰ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਦੇ ਵਿੱਚ ਸਪੇਸ ਸੈਂਟਰ ਤੋਂ ਧਰਤੀ ਦੀ ਸਤ੍ਹਾ ਤੇ ਮਨੁੱਖੀ ਅਤੇ ਕੁਦਰਤੀ ਪ੍ਰਭਾਵਾਂ ਨੂੰ ਦਰਜ ਕਰਨ ਵਾਲੀ ਇੱਕ ਸੈਟੇਲਾਈਟ ਨੂੰ ਸੋਮਵਾਰ ਨੂੰ ਲਾਂਚ ਕੀਤਾ ਗਿਆ। ਲੈਂਡਸੈਟ 9 ਸੈਟੇਲਾਈਟ ਨੂੰ ਯੂਨਾਈਟਿਡ ਲਾਂਚ ਅਲਾਇੰਸ ਐਟਲਸ ਰਾਕੇਟ ਰਾਹੀਂ ਪੁਲਾੜ ਦੇ ਵਿੱਚ ਲਿਜਾਇਆ ਗਿਆ, ਜਿਸ ਨੂੰ ਸੋਮਵਾਰ ਸਵੇਰੇ 11:15 ਵਜੇ ਵੇਡਨਬਰਗ ਸਪੇਸ ਫੋਰਸ ਬੇਸ ਤੋਂ ਲਾਂਚ ਕੀਤਾ ਗਿਆ। ਨਾਸਾ ਅਤੇ US ਜਿਓਲੋਜੀਕਲ ਸਰਵੇ ਦਾ ਲੈਂਡਸੈਟ 9 ਪ੍ਰੋਜੈਕਟ ਇਸ ਤੋਂ ਪਹਿਲੇ ਲੈਂਡਸੈਟ 8 ਦੇ ਨਾਲ ਮਿਲ ਕੇ ਕੰਮ ਕਰੇਗਾ, ਜੋ ਕਿ ਭੂਮੀ ਅਤੇ ਤਟਵਰਤੀ ਖੇਤਰ ਦੇ ਨਿਰੀਖਣ ਦੇ ਲਗਭਗ 50 ਸਾਲਾਂ ਦੇ ਰਿਕਾਰਡ ਨੂੰ ਅੱਗੇ ਵਧਾਉਣ ਦੇ ਵਿੱਚ ਵੀ ਕੰਮ ਕਰੇਗਾ, ਜਿਸ ਦੀ 1972 ਦੇ ਵਿੱਚ ਪਹਿਲੇ ਲੈਂਡਸੈਟ ਦੇ ਨਾਲ ਸ਼ੁਰੂਆਤ ਕੀਤੀ ਗਈ ਸੀ। ਲੈਂਡਸੈਟ 9 ਲੈਂਡਸੈਟ 7 ਦਾ ਆਰਬਿਟਲ ਟਰੈਕ ਲਵੇਗਾ, ਜਿਸ ਨੂੰ ਬੰਦ ਕਰ ਦਿੱਤਾ ਜਾਵੇਗਾ। ਲੈਂਡਸੈਟ 9 ਦੇ ਵਿੱਚ ਇੱਕ ਇਮੇਜਿੰਗ ਸੈਂਸਰ ਹੈ, ਜੋ ਕਿ ਸਪੈਕਟਰਮ ਅਤੇ ਹੋਰ ਹਿੱਸਿਆਂ ਨੂੰ ਰਿਕਾਰਡ ਕਰੇਗਾ। ਇਸ ਤੋਂ ਇਲਾਵਾ ਇਸ ਦੇ ਵਿੱਚ ਧਰਤੀ ਦੀ ਸਤ੍ਹਾ ਤੇ ਤਾਪਮਾਨ ਨੂੰ ਮਾਪਣ ਦੇ ਲਈ ਥਰਮਲ ਸੈਂਸਰ ਵੀ ਲੱਗੇਗਾ। ਨਾਸਾ ਦੇ ਅਨੁਸਾਰ ਇਸ ਸੈਟੇਲਾਈਟ ਦੀਆਂ ਤਸਵੀਰਾਂ ਦੇ ਨਾਲ ਧਰਤੀ ਤੇ ਹੋ ਰਹੀ ਜਲਵਾਯੂ ਤਬਦੀਲੀ ਦੀ ਜਾਣਕਾਰੀ ਮਿਲੇਗੀ, ਜਿਸ ਦੇ ਨਾਲ ਭਵਿੱਖੀ ਕੁਦਰਤੀ ਆਫਤਾਂ ਦੇ ਸੰਬੰਧ ਦੇ ਵਿੱਚ ਫੈਸਲੇ ਲਏ ਜਾ ਸਕਣਗੇ। ਉਧਰ ਅਮਰੀਕਾ ਦੇ ਵਿੱਚ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਸਰਕਾਰੀ ਅਧਿਕਾਰੀਆਂ ਦੇ ਲਈ ਕੋਰੋਨਾ ਵੈਕਸੀਨ ਦੀ ਜ਼ਰੂਰਤ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ, ਪਰ ਇਸ ਜ਼ਰੂਰਤ ਦੇ ਮੱਦੇਨਜ਼ਰ ਸਟੇਟ ਪੁਲਿਸ ਆਫ ਐਸੋਸੀਏਸ਼ਨ ਆਫ ਮੈਸਾਚੁਸੈਟਸ ਦੇ ਅਨੁਸਾਰ ਸੂਬੇ ਦੇ ਦਰਜਨਾਂ ਪੁਲਿਸ ਅਧਿਕਾਰੀਆਂ ਨੇ ਵੈਕਸੀਨ ਦੇ ਜ਼ਰੂਰੀ ਹੋਣ ਦੇ ਕਾਰਨ ਅਸਤੀਫਾ ਦੇ ਦਿੱਤਾ। ਸਟੇਟ ਪੁਲਿਸ ਦੀ ਯੂਨੀਅਨ ਦੇ ਅਧਿਕਾਰੀਆਂ ਦੇ ਅਨੁਸਾਰ ਮੈਸਾਚੁਸੈਟਸ ਸਟੇਟ ਦੇ ਦਰਜਨਾਂ ਅਧਿਕਾਰੀ ਕੋਵਿਡ-19 ਟੀਕਾ ਲੈਣ ਦੇ ਲਈ ਮਜਬੂਰ ਹੋਣ ਦੀ ਬਜਾਏ ਅਸਤੀਫਾ ਦੇ ਰਹੇ ਨੇ। ਇਸ ਸਟੇਟ ਦੇ ਗਵਰਨਰ ਚਾਰਲੀ ਬੇਕਰ ਨੇ ਐਗਜ਼ੀਕਿਊਟਿਵ ਵਿਭਾਗ ਦੇ ਕਰਮਚਾਰੀਆਂ ਨੂੰ ਵੈਕਸੀਨ ਲੱਗੀ ਹੋਣ ਨੂੰ ਸਾਬਤ ਕਰਨ ਦੇ ਲਈ 17 ਅਕਤੂਬਰ ਦੀ ਸਮਾਂ ਸੀਮਾ ਦਿੱਤੀ ਹੈ, ਜਦਕਿ ਸਟੇਟ ਪੁਲਿਸ ਆਫ ਐਸੋਸੀਏਸ਼ਨ ਆਫ ਮੈਸਾਚੁਸੈਟਸ ਨੇ ਇਸ ਆਦੇਸ਼ ਨੂੰ ਅਦਾਲਤਾਂ ਦੇ ਰਾਹੀਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਹੈ। ਤਕਰੀਬਨ 1800 ਮੈਂਬਰਾਂ ਦੀ ਪ੍ਰਤੀਨਿਧਤਾ ਕਰਨ ਵਾਲੀ ਇਸ ਐਸੋਸੀਏਸ਼ਨ ਨੇ ਦਾਅਵਾ ਕੀਤਾ ਹੈ ਕਿ ਦਰਜਨਾਂ ਅਧਿਕਾਰੀਆਂ ਨੇ ਆਪਣੇ ਅਸਤੀਫੇ ਦੀ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ ਹੈ, ਜਦਕਿ ਕੁਝ ਦੂਜੇ ਹੋਰ ਵਿਭਾਗਾਂ ਦੇ ਵਿੱਚ ਵਾਪਸ ਜਾਣ ਦੀ ਯੋਜਨਾ ਬਣਾ ਰਹੇ ਨੇ, ਜਿੱਥੇ ਵੈਕਸੀਨ ਦੇ ਨਾਲ ਵਿਕਲਪ ਵਜੋਂ ਮਾਸਕ ਪਹਿਨਣਾ ਤੇ ਨਿਯਮਿਤ ਟੈਸਟਿੰਗ ਦੇ ਨਿਯਮ ਵੀ ਮੌਜੂਦ ਨੇ। ਇਸ ਯੂਨੀਅਨ ਦੀ ਰਿਪੋਰਟ ਦੇ ਅਨੁਸਾਰ ਇਸ ਦੇ 80% ਮੈਂਬਰਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੋਈ ਹੈ।
ਉਧਰ ਇੰਡੀਜੀਨਸ ਮਾਨਵਤਾਵਾਂ ਦੀ ਪੈਰਵੀ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਕੈਨੇਡੀਅਨਸ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਸ ਦੀਆਂ ਕਹਾਣੀਆਂ ਸੁਣ ਕੇ ਸੰਤਰੀ ਰੰਗ ਦੀਆਂ ਸ਼ਰਟਸ ਪਾ ਕੇ ਮੂਲ ਵਾਸੀਆਂ ਦੇ ਨਾਲ ਸੰਬੰਧਿਤ ਕੰਮਾਂ ਦੇ ਲਈ ਡੋਨੇਸ਼ਨ ਦੇ ਕੇ ਤੇ ਕਾਰਵਾਈ ਦੇ ਲਈ ਨਿਰਧਾਰਿਤ 94 ਮਾਮਲਿਆਂ ਦੇ ਵਿੱਚੋਂ ਇੱਕ ਜਾਂ ਫਿਰ ਵੱਧ ਦੇ ਲਈ ਨਿੱਜੀ ਤੌਰ ਦੇ ਉੱਤੇ ਲੜਾਈ ਕਰਨ ਦੀ ਚੋਣ ਕਰਕੇ ਨੈਸ਼ਨਲ ਡੇ ਫਾਰ ਟਰੂਥ ਐਂਡ ਰੀਕਨਸੀਲੀਏਸ਼ਨ ਮਨਾ ਸਕਦੇ ਨੇ। ਫਰਸਟ ਨੇਸ਼ਨਸ ਚਾਈਲਡ ਐਂਡ ਫੈਮਿਲੀ ਕੇਅਰਿੰਗ ਸੁਸਾਇਟੀ ਦੇ ਡਾਇਰੈਕਟਰ ਸਿੰਡੀ ਬਲੈਕਸਟਾਕ ਨੇ ਆਖਿਆ ਹੈ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਸਰਵਾਈਵਰਸ ਅਤੇ ਮਰੇ ਬੱਚੇ ਉਹਨਾਂ ਦੇ ਪਰਿਵਾਰਾਂ ਤੇ ਕਮਿਊਨਿਟੀਜ਼ ਨੂੰ ਸਨਮਾਨਿਤ ਕਰਨ ਦੇ ਲਈ ਮਨਾਏ ਜਾ ਰਹੇ ਪਹਿਲੇ ਫੈਡਰਲ ਡੇ ਦਰਮਿਆਨ ਸਭ ਦਾ ਸੁਰ ਅਫਸੋਸ ਵਾਲਾ ਹੋਣਾ ਚਾਹੀਦਾ ਹੈ। ਇਸ ਬਾਰੇ ਪਹੁੰਚ ਤੇ ਸੋਚ ਰਿਮੈਂਬਰੈਂਸ ਡੇ ਵਾਲੀ ਹੋਣੀ ਚਾਹੀਦੀ ਹੈ। ਇਹ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਕਿ ਸੈਕੰਡ ਵਰਲਡ ਵਾਰ ਦੇ ਵਿੱਚ ਸੈਨਿਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਉਨੀ ਨਹੀਂ ਸੀ ਜਿੰਨੀ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਬੱਚਿਆਂ ਦੇ ਮਾਰੇ ਜਾਣ ਦੀ ਸੰਭਾਵਨਾ ਸੀ। 2015 ਦੇ ਵਿੱਚ ਪੇਸ਼ ਕੀਤੀ ਗਈ ਟਰੂਥ ਐਂਡ ਰੀਕਨਸੀਲੀਏਸ਼ਨ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਬਿਨਾਂ ਨਿਸ਼ਾਨਦੇਹੀ ਵਾਲੀਆਂ ਕਬਰਾਂ ਦੀਆਂ ਸਾਈਟਸ ਦਾ ਜ਼ਿਕਰ ਕੀਤਾ ਗਿਆ ਸੀ, ਪਰ ਫੈਡਰਲ ਸਰਕਾਰ ਦੇ ਵੱਲੋਂ ਪਿੱਛੇ ਜਿਹੇ ਹੀ ਇਸ ਸੰਬੰਧ ਦੇ ਵਿੱਚ ਪੂਰਾ ਦਿਨ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ। ਕਮਿਸ਼ਨ ਦੀ ਅਜਿਹਾ ਦਿਨ ਨਿਰਧਾਰਿਤ ਕਰਨ ਦੀ ਵੀ ਮੰਗ ਸੀ। ਇੱਥੇ ਦੱਸਣਾ ਇਹ ਵੀ ਬਣਦਾ ਹੈ ਕਿ ਕੈਨੇਡਾ ਦੇ ਵਿੱਚ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ 1831 ਅਤੇ 1996 ਦੇ ਦਰਮਿਆਨ ਚਲਾਇਆ ਗਿਆ। ਇਹਨਾਂ ਸਕੂਲਾਂ ਦਾ ਮਕਸਦ ਮੂਲਵਾਸੀ ਭਾਸ਼ਾਵਾਂ ਤੇ ਸੱਭਿਆਚਾਰਾਂ ਨੂੰ ਖਤਮ ਕਰਕੇ ਉਹਨਾਂ ਦੀ ਥਾਂ ਇੰਗਲਿਸ਼ ਅਤੇ ਕ੍ਰਿਸਚੀਅਨ ਮਾਨਵਤਾਵਾਂ ਨੂੰ ਲਾਗੂ ਕਰਨਾ ਹੈ। ਅੰਦਾਜ਼ਾ ਨਿਕਲਕ 50,000 ਫਰਸਟ ਨੇਸ਼ਨਸ, ਮੈਟਿਸ ਅਤੇ ਇਨੀਟਿਊਟ ਬੱਚਿਆਂ ਨੂੰ ਆਪਣੇ ਪਰਿਵਾਰਾਂ ਤੋਂ ਵੱਖ ਕਰਕੇ ਇਹਨਾਂ ਬੋਰਡਿੰਗ ਸਕੂਲਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਕੀਤਾ ਗਿਆ, ਜਿੱਥੇ ਘੱਟੋ-ਘੱਟ 4100 ਵਿਦਿਆਰਥੀ ਮਰ ਗਏ। TRC ਅਨੁਸਾਰ ਮਾਰੇ ਗਏ ਵਿਦਿਆਰਥੀਆਂ ਦੀ ਗਿਣਤੀ 15,000 ਹੋ ਸਕਦੀ ਹੈ। ਇਸ ਸਾਲ 30 ਸਤੰਬਰ ਨੂੰ ਪਹਿਲੀ ਵਾਰੀ ਸਾਰੇ ਫੈਡਰਲ ਕਰਮਚਾਰੀਆਂ ਤੇ ਫੈਡਰਲ ਸਰਕਾਰ ਦੇ ਵੱਲੋਂ ਨਿਯੰਤਰਿਤ ਕੀਤੀਆਂ ਜਾਣ ਵਾਲੀਆਂ ਕੰਮ ਵਾਲੀਆਂ ਥਾਵਾਂ ਤੇ ਮੁਲਾਜ਼ਮਾਂ ਦੇ ਲਈ ਛੁੱਟੀ ਐਲਾਨੀ ਗਈ ਹੈ। ਇਸ ਦਿਨ ਦੇਸ਼ ਭਰ ਦੇ ਵਿੱਚ ਫਰਸਟ ਨੇਸ਼ਨਸ ਦੇ ਵੱਲੋਂ ਕਈ ਤਰ੍ਹਾਂ ਦੇ ਇਵੈਂਟਸ ਵੀ ਕੀਤੇ ਜਾਣਗੇ। ਉਧਰ ਕੋਵਿਡ-19 ਦੀ ਮੋਡਰਨਾ ਵੈਕਸੀਨ ਲੈਣ ਵਾਲੇ ਨੌਜਵਾਨਾਂ ਦੇ ਵਿੱਚ ਦਿਲ ਦੀ ਬਿਮਾਰੀ ਦੇ ਵਿਲੱਖਣ ਮਾਮਲਿਆਂ ਦੇ ਵਿੱਚ ਇਜ਼ਾਫਾ ਹੋਣ ਤੋਂ ਬਾਅਦ ਓਨਟਾਰੀਓ ਸਰਕਾਰ ਦੇ ਵੱਲੋਂ 18 ਤੋਂ 24 ਸਾਲ ਉਮਰ ਵਰਗ ਦੇ ਲੋਕਾਂ ਦੇ ਲਈ ਫਾਈਜ਼ਰ ਬਾਇਓਟੈਕ ਦੇ ਟੀਕਿਆਂ ਦੀ ਸਿਫਾਰਿਸ਼ ਕੀਤੀ ਗਈ ਹੈ। ਪ੍ਰੋਵਿੰਸ ਦਾ ਵੀ ਕਹਿਣਾ ਹੈ ਕਿ ਇਸ ਉਮਰ ਵਰਗ ਦੇ ਪੁਰਸ਼ਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਮਾਈਕਰੋਕਾਰਡਿਕਸ ਤੇ ਪੈਰਾਕਾਰਡਿਕਸ ਦੇ ਮਾਮਲਿਆਂ ਦੇ ਵਿੱਚ ਵਾਧਾ ਪਾਏ ਜਾਣ ਤੋਂ ਬਾਅਦ ਹੀ ਅਜਿਹਾ ਆਖਿਆ ਜਾ ਰਿਹਾ ਹੈ। ਪ੍ਰੋਵਿੰਸ ਨੇ ਆਖਿਆ ਕਿ ਜੂਨ ਤੇ ਅਗਸਤ ਦੇ ਦਰਮਿਆਨ ਮੋਡਰਨਾ ਦੀ ਦੂਜੀ ਡੋਜ਼ ਲੈਣ ਵਾਲੇ 18 ਤੋਂ 24 ਸਾਲ ਦੇ ਪੁਰਸ਼ਾਂ ਦੇ ਵਿੱਚ ਮਾਈਕਰੋਕਾਰਡਿਕਸ ਅਤੇ ਪੈਰਾਕਾਰਡਿਕਸ ਦਾ ਖਤਰਾ 5,000 ਦੇ ਵਿੱਚੋਂ ਇੱਕ ਸੀ। ਜਿਨ੍ਹਾਂ ਨੇ ਫਾਈਜ਼ਰ ਬਾਇਓਟੈਕ ਲਗਵਾਈ ਉਹਨਾਂ ਦੇ ਵਿੱਚ ਇਹ ਖਤਰਾ 28,000 ਦੇ ਵਿੱਚੋਂ ਵੀ ਇੱਕ ਸੀ। ਪ੍ਰੋਵਿੰਸ ਦਾ ਵੀ ਕਹਿਣਾ ਹੈ ਕਿ ਇਸ ਦੇ ਸਾਈਡ ਇਫੈਕਟ ਅਜੇ ਵੀ ਟਾਵੇਂ ਟਲੇ ਹਨ ਅਤੇ ਬਹੁਗਿਣਤੀ ਮਾਮਲਿਆਂ ਨੂੰ ਮਾਮੂਲੀ ਵੀ ਦੱਸਿਆ ਜਾ ਰਿਹਾ ਹੈ। ਇਹ ਸਿਫਾਰਿਸ਼ ਤਰਜੀਹੀ ਤੌਰ ਦੇ ਉੱਤੇ ਲੋਕਾਂ ਨੂੰ ਅਪਣਾਉਣ ਦੇ ਲਈ ਆਖਿਆ ਗਿਆ ਤੇ ਲੋਕ ਜੇ ਚਾਹਣ ਤਾਂ ਜੇ ਵੀ ਮੋਡਰਨਾ ਵੈਕਸੀਨ ਲਗਵਾ ਸਕਦੇ ਨੇ। ਉਧਰ ਬਲੈਕ ਕਿਊਬਿਕ ਆਗੂ ਯਵੇਸ ਫ੍ਰੈਂਕੋਇਨਸ ਬਲਾਂਸ਼ੇ ਨੇ ਬੁੱਧਵਾਰ ਨੂੰ ਕਿਹਾ ਕਿ ਪਾਰਲੀਮੈਂਟ ਦਾ ਅਗਲਾ ਸੈਸ਼ਨ ਸਾਰੇ ਮੈਂਬਰਾਂ ਦੀ ਨਿੱਜੀ ਹਾਜ਼ਰੀ ਦੇ ਵਿੱਚ ਹੋਣਾ ਚਾਹੀਦਾ ਹੈ। ਉਹਨਾਂ ਨੇ ਆਖਿਆ ਕਿ ਜਿਨ੍ਹਾਂ ਮੈਂਬਰਾਂ ਨੇ ਕੋਵਿਡ-19 ਸੰਬੰਧੀ ਪੂਰਾ ਟੀਕਾਕਰਨ ਨਹੀਂ ਕਰਵਾਇਆ, ਉਹਨਾਂ ਨੂੰ ਘਰ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਅਗਲੇ ਮਹੀਨੇ ਕਰਨਗੇ ਅਤੇ ਪਾਰਲੀਮੈਂਟ ਦੀ ਕਾਰਵਾਈ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋਵੇਗੀ। ਮਾਰਚ 2020 ਤੋਂ ਮਹਾਮਾਰੀ ਦਾ ਪ੍ਰਕੋਪ ਵਧਣ ਦੇ ਨਾਲ ਹਾਊਸ ਆਫ ਕਾਮਨਸ ਤੇ ਕਮੇਟੀਜ਼ ਆਟਵਾ ਤੋਂ ਕੁਝ ਐਮਪੀਜ਼ ਦੇ ਨਾਲ ਹੀ ਬੁੱਤਾ ਸਾਰ ਰਹੀਆਂ ਨੇ। ਕਈ ਥਾਵਾਂ ਦੇ ਉੱਤੇ ਕੰਮ ਵਰਚੁਅਲੀ ਹੀ ਚੱਲ ਰਿਹਾ ਹੈ। ਬਲਾਂਸ਼ੇ ਨੇ ਆਖਿਆ ਕਿ ਉਹ ਚਾਹੁੰਦੇ ਨੇ ਕਿ ਪਾਰਲੀਮੈਂਟ ਦੀ ਕਾਰਵਾਈ ਜਲਦੀ ਸ਼ੁਰੂ ਹੋਵੇ ਤੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਐਮਪੀਜ਼ ਇਨ ਪਰਸਨ ਇਸ ਦੀ ਕਾਰਵਾਈ ਦੇ ਵਿੱਚ ਹਿੱਸਾ ਲੈਣ। ਉਹਨਾਂ ਨੇ ਆਖਿਆ ਕਿ ਹੁਣ ਤੱਕ ਤਾਂ ਸਾਰੇ ਐਮਪੀਜ਼ ਦੀ ਵੈਕਸੀਨੇਸ਼ਨ ਹੋ ਜਾਣੀ ਚਾਹੀਦੀ ਸੀ ਕਿਉਂਕਿ ਇਹ ਵੱਡੀ ਮਾਤਰਾ ਦੇ ਵਿੱਚ ਉਪਲਬਧ ਹੈ। ਉਹਨਾਂ ਨੇ ਵੀ ਆਖਿਆ ਕਿ ਉਹਨਾਂ ਦੀ ਪਾਰਟੀ ਐਨਡੀਪੀ ਤੇ ਲਿਬਰਲਾਂ ਦੇ ਵੱਲੋਂ ਇਹ ਨਿਯਮ ਬਣਾਇਆ ਗਿਆ ਸੀ ਕਿ ਕੋਈ ਵੀ ਉਮੀਦਵਾਰ ਵੈਕਸੀਨੇਸ਼ਨ ਕਰਵਾਏ ਬਿਨਾਂ ਵੋਟਾਂ ਮੰਗਣ ਨਹੀਂ ਜਾਵੇਗਾ, ਪਰ ਕੰਜ਼ਰਵੇਟਿਵਾਂ ਨੇ ਅਜਿਹਾ ਕੁਝ ਨਹੀਂ ਕੀਤਾ। ਬਲਾਂਸ਼ੇ ਨੇ ਆਖਿਆ ਕਿ ਹੁਣ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ਸਮੇਂ ਜਾਂ ਤਾਂ ਐਮਪੀਜ਼ ਪੂਰੀ ਤਰ੍ਹਾਂ ਵੈਕਸੀਨੇਟ ਹੋਣ ਜਾਂ ਫਿਰ ਘਰੇ ਹੀ ਰਹਿਣ। ਇਸ ਉੱਤੇ ਲਿਬਰਲਾਂ, ਐਮਡੀਪੀ ਅਤੇ ਕੰਜ਼ਰਵੇਟਿਵ ਨੇ ਅਜੇ ਵੀ ਕੋਈ ਟਿੱਪਣੀ ਨਹੀਂ ਕੀਤੀ। ਉਧਰ ਸਰਕਾਰ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿੱਚ ਨੈਸ਼ਨਲ ਮਿਡ ਡੇ ਮੀਲ ਯੋਜਨਾ ਹੁਣ ਪੀਐਮ ਪੋਸ਼ਣ ਯੋਜਨਾ ਦੇ ਨਾਮ ਦੇ ਨਾਲ ਜਾਣੀ ਜਾਵੇਗੀ ਅਤੇ ਇਸ ਦੇ ਵਿੱਚ ਬਾਲ ਵਾਟਿਕਾ ਤੋਂ ਲੈ ਕੇ ਪ੍ਰਾਇਮਰੀ ਸਕੂਲ ਦੇ ਪੱਧਰ ਤੇ ਵਿਦਿਆਰਥੀਆਂ ਨੂੰ ਕਵਰ ਕੀਤਾ ਜਾਵੇਗਾ। ਸਰਕਾਰ ਨੇ ਬੁੱਧਵਾਰ ਨੂੰ ਇਸ ਗੱਲ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਹੋਈ ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਦੀ ਬੈਠਕ ਦੇ ਵਿੱਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਇੱਕ ਟਵੀਟ ਦੇ ਵਿੱਚ ਕਿਹਾ ਕਿ ਕੁਪੋਸ਼ਣ ਦੇ ਖਤਰੇ ਦੇ ਨਾਲ ਨਜਿੱਠਣ ਦੇ ਲਈ ਅਸੀਂ ਹਰ ਸੰਭਵ ਕੰਮ ਕਰਨ ਦੇ ਲਈ ਵਚਨਬੱਧ ਹਾਂ। ਪੀਐਮ ਪੋਸ਼ਣ ਨੂੰ ਲੈ ਕੇ ਕੇਂਦਰੀ ਮੰਤਰੀ ਮੰਡਲ ਦਾ ਫੈਸਲਾ ਬਹੁਤ ਅਹਿਮ ਹੈ ਅਤੇ ਇਸ ਦੇ ਨਾਲ ਭਾਰਤ ਦੇ ਨੌਜਵਾਨਾਂ ਨੂੰ ਫਾਇਦਾ ਹੋਵੇਗਾ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦੱਸਿਆ ਹੈ ਕਿ ਇਹ ਯੋਜਨਾ 5 ਸਾਲਾਂ 2021-22 ਤੋਂ 2025-26 ਤੱਕ ਲਈ ਹੈ, ਜਿਸ ਤੇ 1.31 ਲੱਖ ਕਰੋੜ ਰੁਪਏ ਖਰਚ ਆਵੇਗਾ। ਉਹਨਾਂ ਨੇ ਵੀ ਦੱਸਿਆ ਕਿ ਇਸ ਤਹਿਤ 54,161 ਕਰੋੜ ਰੁਪਏ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨ ਨੂੰ 31,737 ਕਰੋੜ ਰੁਪਏ ਦੇ ਵਿੱਤੀ ਖਰਚੇ ਦੇ ਨਾਲ 2021-22 ਤੋਂ 2025-26 ਤੱਕ 5 ਸਾਲਾਂ ਦੀ ਮਿਆਦ ਲਈ ਸਕੂਲਾਂ ਦੇ
ਵਿੱਚ ਰਾਸ਼ਟਰੀ ਪੀਐਮ ਪੋਸ਼ਣ ਯੋਜਨਾ ਨੂੰ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਹੈ। ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਅਨਾਜ ਤੇ ਕਰੀਬ 45,000 ਕਰੋੜ ਰੁਪਏ ਦੀ ਵਾਧੂ ਲਾਗਤ ਵੀ ਸਹਿਣ ਕਰੇਗੀ। ਇਸ ਤਰ੍ਹਾਂ ਯੋਜਨਾ ਦੇ ਕੁੱਲ ਖਰਚ 1,30,07,994 ਕਰੋੜ ਰੁਪਏ ਆਵੇਗਾ। ਮੰਤਰੀ ਨੇ ਦੱਸਿਆ ਕਿ ਹੁਣ ਤੱਕ ਦੇਸ਼ ਦੇ ਵਿੱਚ ਮਿਡ ਡੇ ਮੀਲ ਯੋਜਨਾ ਚੱਲ ਰਹੀ ਹੈ ਤੇ ਮੰਤਰੀ ਮੰਡਲ ਨੇ ਇਸ ਨੂੰ ਨਵਾਂ ਰੂਪ ਵੀ ਦਿੱਤਾ ਹੈ। ਕੇਂਦਰੀ ਸਿੱਖਿਆ ਮੰਤਰੀ ਨੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਰਸੋਈਆਂ, ਖਾਣਾ ਪਕਾਉਣ ਵਾਲੇ ਸਹਾਇਕਾਂ ਦਾ ਮਾਣ ਭੱਤਾ ਸਿੱਧਾ ਨਕਦ ਟ੍ਰਾਂਸਫਰ ਰਾਹੀਂ ਦਿੱਤਾ ਜਾਵੇ। ਇਸ ਤੋਂ ਇਲਾਵਾ ਸਕੂਲਾਂ ਨੂੰ ਵੀ ਡੀਬੀਟੀ ਰਾਹੀਂ ਰਾਸ਼ੀ ਮੁਹੱਈਆ ਕਰਵਾਈ ਜਾਵੇ। ਮੰਤਰੀ ਨੇ ਵੀ ਕਿਹਾ ਕਿ ਇਸ ਦੇ ਨਾਲ ਹੀ 11.20 ਲੱਖ ਸਕੂਲਾਂ ਤੇ 11.80 ਕਰੋੜ ਬੱਚਿਆਂ ਨੂੰ ਲਾਭ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਮਿਡ ਡੇ ਮੀਲ ਯੋਜਨਾ 1995 ਦੇ ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਦਾ ਟੀਚਾ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਘੱਟੋ-ਘੱਟ ਇੱਕ ਵਾਰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣਾ ਸੀ। ਇਸ ਤੋਂ ਬਾਅਦ ਸਕੂਲਾਂ ਦੇ ਵਿੱਚ ਦਾਖਲੇ ਦੇ ਵਿੱਚ ਸੁਧਾਰ ਕਰਨ ਦੇ ਵਿੱਚ ਵੀ ਇਸ ਦੀ ਸਹਾਇਤਾ ਹੋਈ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਵਜੋਂ ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਚੁੱਕੇ ਨੇ। ਕਾਂਗਰਸ ਹਾਈ ਕਮਾਂਡ ਦੇ ਸਾਹਮਣੇ ਇੱਕ ਵੱਡਾ ਸਵਾਲ ਇਹ ਘੁੰਮ ਰਿਹਾ ਹੈ ਕਿ ਆਖਿਰ ਸਿੱਧੂ ਦੇ ਅਸਤੀਫੇ ਦੇ ਕਾਰਨ ਪੈਦਾ ਹੋਈ ਸਥਿਤੀ ਦੀ ਪੂਰਤੀ ਕਿਵੇਂ ਹੋਵੇਗੀ। ਉਂਝ ਤਕਨੀਕੀ ਪੱਖੋਂ ਵੇਖਿਆ ਜਾਵੇ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਕੋਈ ਵੀ ਗਲਤੀ ਨਹੀਂ ਹੈ। ਆਪਣੀ ਗੱਲ ਰੱਖਣ ਦਾ ਤਰੀਕਾ ਵੱਖਰਾ ਹੋ ਸਕਦਾ ਹੈ ਤੇ ਇਹ ਵੀ ਸੰਭਵ ਹੈ ਕਿ ਉਹ ਪਾਰਟੀ ਦੇ ਨਿਯਮਾਂ ਦੇ ਮੁਤਾਬਕ ਉਹ ਨਾ ਹੋਵੇ, ਪਰ ਜਿਨ੍ਹਾਂ ਚਿਹਰਿਆਂ ਨੂੰ ਲੈ ਕੇ ਸਿੱਧੂ ਇਤਰਾਜ਼ ਪ੍ਰਗਟਾ ਰਹੇ ਹਨ ਉਹ ਸੱਚਮੁੱਚ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਲਈ ਨੁਕਸਾਨਦੇਹ ਵੀ ਸਾਬਤ ਹੋ ਸਕਦੇ ਨੇ। ਐਡਵੋਕੇਟ ਜਨਰਲ APS ਦਿਓਲ ਦੀ ਜੇਕਰ ਗੱਲ ਕਰੀਏ ਜਾਂ ਫਿਰ DGP ਇਕਬਾਲ ਸਿੰਘ ਸਹੋਤਾ ਦੀ, ਦੋਵੇਂ ਹੀ ਅਧਿਕਾਰੀਆਂ ਦੀ ਤਾਇਨਾਤੀ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੇ ਲਈ ਸਵਾਲ ਖੜੇ ਕਰ ਸਕਦੀ ਹੈ। ਦਿਓਲ ਜਿੱਥੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੇ ਨਾਲ ਜੁੜੇ ਹੋਏ ਨੇ, ਉੱਥੇ ਹੀ ਸਹੋਤਾ ਦਾ ਸਿੱਧਾ ਲਿੰਕ ਬੇਅਦਬੀ ਕਾਂਡ ਦੇ ਨਾਲ ਸੰਬੰਧਿਤ SIT ਦੇ ਨਾਲ ਰਿਹਾ। ਸਹੋਤਾ ਵੀ ਸਮੇਂ-ਸਮੇਂ ਤੇ ਸਵਾਲ ਉੱਠਦੇ ਰਹੇ ਨੇ। ਇਸ ਬਾਰੇ ਮਾਮਲੇ ਦੇ ਵਿੱਚ ਸਿੱਧੂ ਨੂੰ ਜੋ ਇਤਰਾਜ਼ ਹੈ ਉਹ ਕਾਬਲੇ ਗੌਰ ਹੈ, ਕਿਉਂਕਿ ਵਿਰੋਧੀ ਧਿਰ ਨੂੰ ਕਾਂਗਰਸ ਦੀ ਇੱਕ ਸਮਾਰਟ ਮੂਵ ਜਿਸ ਵਿੱਚ ਰਣਜੀਤ ਸਿੰਘ ਚੰਨੀ ਨੇ ਅੱਗੇ ਲਿਆਂਦਾ ਗਿਆ ਸੀ, ਉਸ ਦਾ ਅਜੇ ਤੋੜ ਨਹੀਂ ਮਿਲ ਰਿਹਾ। ਕੁਝ ਜਿਹੇ ਲੋਕਾਂ ਦੀ ਮੰਤਰੀ ਮੰਡਲ ਦੇ ਵਿੱਚ ਐਂਟਰੀ ਜਾਂ ਫਿਰ ਅਹਿਮ ਮੁੱਦਿਆਂ ਤੇ ਤਾਇਨਾਤੀ ਦੇ ਨਾਲ ਵਿਰੋਧੀ ਪਾਰਟੀਆਂ ਨੂੰ ਇੱਕ ਵਾਰ ਮੁੜ ਤੋਂ ਕਾਂਗਰਸ ਨੂੰ ਘੇਰਨ ਦਾ ਵੱਡਾ ਮੌਕਾ ਮਿਲ ਗਿਆ। ਰਾਣਾ ਗੁਰਜੀਤ ਸਿੰਘ ਨੂੰ ਲੈ ਕੇ ਵੀ ਵਿਵਾਦ ਹੈ। ਵਿਰੋਧੀ ਪਾਰਟੀਆਂ ਦਾ ਇੱਕ ਵੱਡਾ ਸਵਾਲ ਖੜਾ ਕਰ ਸਕਦੀਆਂ ਨੇ ਕਿ ਜੇਕਰ ਕੈਪਟਨ ਦੇ ਮੁੱਖ ਮੰਤਰੀ ਹੁੰਦੇ ਹੋਏ ਮਾਈਨਿੰਗ ਮਾਫੀਆ ਨੂੰ ਲੈ ਕੇ ਰਾਣਾ ਗੁਰਜੀਤ ਸਿੰਘ ਨੂੰ ਅਹੁਦਾ ਛੱਡਣਾ ਪੈ ਸਕਦਾ ਹੈ ਤਾਂ ਫਿਰ ਚੰਨੀ ਦੇ ਸਮੇਂ ਦੇ ਵਿੱਚ ਉਹ ਪਾਕ ਸਾਫ਼ ਕਿਵੇਂ ਹੋ ਗਏ। ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਇਹ ਜੋ ਵੀ ਸਥਿਤੀ ਪੰਜਾਬ ਦੇ ਵਿੱਚ ਹੁਣ ਪੈਦਾ ਹੋ ਰਹੀ ਹੈ ਉਸ ਦੇ ਲਈ ਜ਼ਿੰਮੇਵਾਰ ਭਾਵੇਂ ਕੋਈ ਵੀ ਹੋਵੇ, ਪਰ ਇੱਕ ਵੱਡਾ ਨੁਕਸਾਨ ਖੁਦ ਕਾਂਗਰਸ ਪਾਰਟੀ ਨੂੰ ਭੁਗਤਣਾ ਪਵੇਗਾ। ਪਿਛਲੇ ਦਿਨੀ ਕਾਂਗਰਸ ਪਾਰਟੀ ਨੇ ਵੱਡੇ ਕਦਮ ਚੁੱਕੇ ਤੇ ਕਾਫੀ ਸਖਤ ਫੈਸਲੇ ਲਏ, ਪਰ ਇਹਨਾਂ ਸਖਤ ਫੈਸਲਿਆਂ ਦੀ ਹਵਾ ਸਿੱਧੂ ਦੇ ਅਸਤੀਫੇ ਦੇ ਨਾਲ ਨਿਕਲ ਗਈ। ਸ਼ਾਇਦ ਕਾਂਗਰਸ ਪਾਰਟੀ ਵੀ ਹੁਣ ਕੈਪਟਨ ਨੂੰ ਲਾਂਭੇ ਕਰਕੇ ਦੂਜੇ ਧੜੇ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਕੋਸ਼ਿਸ਼ ਤੇ ਪਛਤਾ ਰਹੀ ਹੈ। ਉਧਰ ਪੰਜਾਬ ਕਾਂਗਰਸ ਦੇ ਵਿੱਚ ਇਸ ਸਮੇਂ ਸਿਆਸੀ ਘਮਸਾਨ ਮਚਿਆ ਹੋਇਆ ਹੈ। ਪੰਜਾਬ ਦੇ ਵਿੱਚ ਕਾਂਗਰਸ ਦੀ ਹਾਲਤ ਕੁਝ ਸਮਾਂ ਪਹਿਲਾਂ ਬਿਹਤਰ ਸੀ, ਪਰ ਅੱਜ ਪਾਰਟੀ ਦੀ ਬੇੜੀ ਡੁੱਬਣ ਦੀ ਕਗਾਰ ਤੇ ਹੈ। ਪੰਜਾਬ ਕਾਂਗਰਸ ਦੀ ਹਾਲਤ ਨੂੰ ਲੈ ਕੇ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਜੰਮ ਕੇ ਪੜਾਸ ਕੱਢੀ ਜਾ ਰਹੀ ਹੈ। ਕਾਂਗਰਸ ਦੀ ਹਾਲਤ ਦੇ ਕਾਰਨ ਸੋਸ਼ਲ ਮੀਡੀਆ ਤੇ ਖੂਬ ਮੀਮਸ ਵੀ ਬਣ ਰਹੇ ਨੇ। ਕਿਤੇ ਇਹ ਦਿਖਾਇਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਲਾ ਕੇ ਨਵਜੋਤ ਸਿੱਧੂ ਬੇਹੱਦ ਖੁਸ਼ ਨੇ ਤੇ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਦੇ ਕੋਲੋਂ ਮਦਦ ਮੰਗਦੇ ਹੋਏ ਦਿਖਾਇਆ ਗਿਆ। ਜਿੱਥੇ ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ ਦੇ ਵਿੱਚ ਕਲੇਸ਼ ਹੋਰ ਵਧ ਗਿਆ, ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੀ ਵੀ ਚਰਚਾ ਸ਼ੁਰੂ ਹੋ ਗਈ। ਸੋਸ਼ਲ ਮੀਡੀਆ ਤੋਂ ਇੱਥੇ ਤੱਕ ਚੱਲ ਗਿਆ ਕਿ ਇਹ ਨਵਜੋਤ ਸਿੰਘ ਸਿੱਧੂ ਦੀ ਸੋਚੀ ਸਮਝੀ ਸਾਜ਼ਿਸ਼ ਵੀ ਹੋ ਸਕਦੀ ਹੈ। ਇਹਨਾਂ ਹਾਲਾਤਾਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਵੀਡੀਓਜ਼ ਅਤੇ ਫਨੀ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀਆਂ ਨੇ। ਉਧਰ ਕੋਰੋਨਾ ਕਾਲ ਦੇ ਕਾਰਨ ਹਿਮਾਚਲ ਜਾਣ ਵਾਲੇ ਲੋਕਾਂ ਦੀ ਟੈਸਟ ਰਿਪੋਰਟ ਦੀ ਲੰਬੇ ਅਰਸੇ ਤੋਂ ਚੈਕਿੰਗ ਹੋ ਰਹੀ ਸੀ, ਪਰ ਸਰਕਾਰ ਦੇ ਵੱਲੋਂ ਬੀਤੇ ਸਮੇਂ ਇਸ ਚੈਕਿੰਗ ਨੂੰ ਰੋਕ ਕੇ ਬਾਰਡਰ ਖੋਲ ਦਿੱਤੇ ਗਏ ਨੇ, ਜਿਸ ਤੋਂ ਬਾਅਦ ਬਾਹਰੀ ਸੂਬਿਆਂ ਦੀਆਂ ਗੱਡੀਆਂ ਬੇਰੋਕ ਟੋਕ ਹਿਮਾਚਲ ਦੇ ਵਿੱਚ ਦਾਖਲ ਹੋ ਰਹੀਆਂ ਨੇ। ਪਰ ਹਿਮਾਚਲ ਦੇ ਵਿੱਚ ਕੋਰੋਨਾ ਦੁਬਾਰਾ ਆਪਣੇ ਪੈਰ ਪਸਾਰਨ ਲੱਗਾ ਹੈ। ਮੰਗਲਵਾਰ ਨੂੰ 3 ਲੋਕਾਂ ਦੀ ਕੋਰੋਨਾ ਦੇ ਨਾਲ ਮੌਤ ਹੋਣ ਤੋਂ ਬਾਅਦ ਸਰਕਾਰ ਨੇ ਹਿਮਾਚਲ ਦੇ ਬਾਰਡਰ ਫਿਰ ਤੋਂ ਸੀਲ ਕਰ ਦਿੱਤੇ ਨੇ। ਨਵੇਂ ਹੁਕਮਾਂ ਦੇ ਮੁਤਾਬਕ ਬਾਰਡਰ ਤੋਂ ਦਾਖਲ ਹੋਣ ਵਾਲਿਆਂ ਦੀ ਕੋਰੋਨਾ ਵੈਕਸੀਨੇਸ਼ਨ ਦੀ ਡਬਲ ਡੋਜ਼ ਦਾ ਸਰਟੀਫਿਕੇਟ ਅਤੇ ਕੋਰੋਨਾ ਦੀ ਨੈਗੇਟਿਵ ਰਿਪੋਰਟ ਵਿਖਾਉਣੀ ਜ਼ਰੂਰੀ ਹੋਵੇਗੀ। ਇਸ ਲਈ ਹਿਮਾਚਲ ਜਾਣ ਵਾਲੇ ਲੋਕ ਸਾਵਧਾਨ ਹੋ ਜਾਣ, ਕਿਉਂਕਿ ਬਿਨਾਂ ਕੋਰੋਨਾ ਰਿਪੋਰਟ ਦੇ ਜਾਣ ਵਾਲੇ ਲੋਕਾਂ ਨੂੰ ਹਿਮਾਚਲ ਦੇ ਬਾਰਡਰ ਤੇ ਹੀ ਸਖਤ ਪਾਬੰਦੀ ਹੋਣ ਦੇ ਕਾਰਨ ਐਂਟਰੀ ਨਹੀਂ ਮਿਲੇਗੀ। ਇਸ ਸੰਬੰਧੀ ਮਿਲੀ ਜਾਣਕਾਰੀ ਦੇ ਅਨੁਸਾਰ ਬਾਰਡਰ ਪੁਲਿਸ ਅਤੇ ਵੱਖ-ਵੱਖ ਮਹਿਕਮਿਆਂ ਦੇ ਨਾਲ ਸੰਬੰਧਿਤ ਸਰਕਾਰੀ ਕਰਮਚਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ, ਜੋ ਉਕਤ ਰਿਪੋਰਟ ਦੀ ਜਾਂਚ ਦੇ ਕਾਰਨ ਉਪਰੰਤ ਹੀ ਗੱਡੀਆਂ ਨੂੰ ਅੱਗੇ ਜਾਣ ਦੇਣਗੇ। ਅੱਜ ਉਨਾ ਬਾਰਡਰ ਤੇ ਪੁਲਿਸ ਦਾ ਸਖਤ ਪਹਿਰਾ ਰਿਹਾ ਅਤੇ ਬਿਨਾਂ ਰਿਪੋਰਟ ਤੇ ਜਾਣ ਵਾਲੀ ਗੱਡੀਆਂ ਨੂੰ ਪੁਲਿਸ ਵੱਲੋਂ ਵਾਪਸ ਭੇਜ ਦਿੱਤਾ ਗਿਆ। ਉੱਥੇ ਹੀ ਬੱਸ ਚਾਲਕਾਂ ਦੇ ਵੱਲੋਂ ਵੀ ਸਵਾਰੀਆਂ ਨੂੰ ਅਦਵਾਟੇ ਦੀ ਬਾਰਡਰ ਤੇ ਉਤਾਰ ਦਿੱਤਾ ਗਿਆ, ਜਿਸ ਤੋਂ ਬਾਅਦ ਉਹਨਾਂ ਨੂੰ ਦੂਜੀਆਂ ਬੱਸਾਂ ਦੇ ਰਾਹੀਂ ਵਾਪਸ ਜਲੰਧਰ ਆਉਣਾ ਪਿਆ। ਬੱਸ ਚਾਲਕਾਂ ਨੂੰ ਹੋਈ ਅਸੁਵਿਧਾ ਦੇ ਬਾਰੇ ਪੰਜਾਬ ਰੋਡਵੇਜ਼ ਤੇ ਪਨਬਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਬਾਰਡਰ ਸੀਲ ਕਰਕੇ ਦੁਬਾਰਾ ਚੈਕਿੰਗ ਸ਼ੁਰੂ ਹੋਈ ਹੈ, ਪਰ ਇਸ ਤਰ੍ਹਾਂ ਦੀ ਚੈਕਿੰਗ ਦੇ ਕਾਰਨ ਬਹੁਤ ਸਾਰੇ ਟੈਸਟ ਰਿਪੋਰਟ ਜ਼ਰੂਰੀ ਕੀਤੇ ਜਾਣ ਦੇ ਨਾਲ ਉਹਨਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ। ਉੱਥੇ ਜਲੰਧਰ ਤੋਂ ਹਿਮਾਚਲ ਦੇ ਲਈ ਬੱਸ ਲੈ ਕੇ ਗਏ ਚਾਲਕ ਦਲਾਂ ਨੇ ਦੱਸਿਆ ਹੈ ਕਿ ਬਾਰਡਰ ਤੋਂ ਜੋ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ ਉਹਨਾਂ ਕੋਲ ਕੋਰੋਨਾ ਦੀ ਜਾਂਚ ਕਰਨ ਦੇ ਲਈ ਕੋਈ ਵੀ ਉਪਕਰਨ ਮੁਹੱਈਆ ਨਹੀਂ ਹਨ, ਜੋ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਕਾਰਨ ਬਣਿਆ। ਹਿਮਾਚਲ ਤੋਂ ਬੱਸਾਂ ਲੈ ਕੇ ਆ ਰਹੇ ਚਾਲਕਾਂ ਨੇ ਵੀ ਦੱਸਿਆ ਕਿ ਜਾਂਦੇ ਸਮੇਂ ਉਹਨਾਂ ਦੀ ਚੈਕਿੰਗ ਹੋਈ ਸੀ, ਪਰ ਵਾਪਸੀ ਦੇ ਵਿੱਚ ਜਦੋਂ ਉਹ ਪੰਜਾਬ
ਦੀ ਹੱਦ ਤੇ ਪਹੁੰਚੇ ਤਾਂ ਕੋਈ ਚੈਕਿੰਗ ਨਹੀਂ ਹੋਈ। ਕੋਰੋਨਾ ਨੂੰ ਲੈ ਕੇ ਹਿਮਾਚਲ ਦੀ ਪੁਲਿਸ ਦੇ ਵੱਲੋਂ ਕੀਤੀ ਗਈ ਸਖਤੀ ਦੇ ਕਾਰਨ ਜਿੱਥੇ ਇੱਕ ਪਾਸੇ ਯਾਤਰੀਆਂ ਨੂੰ ਬਾਰਡਰ ਤੇ ਪਰੇਸ਼ਾਨੀ ਪੇਸ਼ ਆ ਰਹੀ ਹੈ, ਉੱਥੇ ਹੀ ਬੱਸ ਅੱਡੇ ਦੇ ਵਿੱਚ ਉਹਨਾਂ ਨੂੰ ਹਿਮਾਚਲ ਦੇ ਲਈ ਰਵਾਨਾ ਹੋਣ ਦੇ ਵਿੱਚ ਮੁਸ਼ਕਲਾਂ ਉਠਾਉਣੀਆਂ ਪੈ ਰਹੀਆਂ ਨੇ। ਹਿਮਾਚਲ ਦੀਆਂ ਬੱਸਾਂ ਬਿਨਾਂ ਰਿਪੋਰਟ ਵਾਲੇ ਯਾਤਰੀਆਂ ਨੂੰ ਬਿਠਾਉਣ ਤੋਂ ਇਨਕਾਰ ਕਰ ਰਹੀਆਂ ਨੇ। ਇੱਕ ਯਾਤਰੀ ਨੇ ਵੀ ਦੱਸਿਆ ਕਿ ਟਿਕਟ ਦੇਣ ਤੋਂ ਪਹਿਲਾਂ ਹਿਮਾਚਲ ਦੀ ਬੱਸ ਦੇ ਕੰਡਕਟਰ ਨੇ ਰਿਪੋਰਟ ਦੀ ਮੰਗ ਕੀਤੀ ਹੈ। ਉਧਰ ਰਾਜਪਾਟ ਦੇ ਵਿੱਚ ਕੋਵਿਡ ਸਥਿਤੀ ਦੇ ਵਿੱਚ ਹੋਈ ਕਾਫੀ ਸੁਧਾਰ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੁੱਧਵਾਰ ਨੂੰ ਰਾਜ ਦੇ ਵਿੱਚ ਅੰਦਰੂਨੀ ਇਕੱਠਾਂ ਤੋਂ 150 ਤੋਂ 300 ਤੇ ਬਾਹਰੀ ਇਕੱਠਾਂ ਤੋਂ 300 ਤੋਂ 500 ਤੱਕ ਦੀ ਪਾਬੰਦੀ ਦੇ ਵਿੱਚ ਢਿੱਲ ਦੇਣ ਦੇ ਆਦੇਸ਼ ਦਿੱਤੇ ਨੇ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਛੋਟਾਂ ਦੇ ਬਾਵਜੂਦ ਕੋਵਿਡ ਪ੍ਰੋਟੋਕਾਲ ਪਾਬੰਦੀਆਂ ਦਾ ਸਖਤੀ ਦੇ ਨਾਲ ਪਾਲਣ ਕੀਤਾ ਜਾਵੇਗਾ। ਰਾਜ ਦੇ ਵਿੱਚ ਕੋਵਿਡ ਸਥਿਤੀ ਦੀ ਸਮੀਖਿਆ ਕਰਦਿਆਂ ਹੋਇਆਂ ਮੁੱਖ ਮੰਤਰੀ ਨੇ ਸਕੂਲ ਸਿੱਖਿਆ ਵਿਭਾਗ ਨੂੰ ਲੋੜੀਂਦੇ ਸਿਹਤ ਪ੍ਰੋਟੋਕਾਲਾਂ ਦੀ ਪਾਲਣਾ ਕਰਦਿਆਂ ਵਿਦਿਆਰਥੀਆਂ ਨੂੰ ਕਲਾਸਾਂ ਦੇ ਵਿੱਚ ਆਉਣ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਵੀ ਕਿਹਾ। ਇਸੇ ਤਰ੍ਹਾਂ ਉਸਨੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਨਿਰਧਾਰਿਤ ਕੋਵਿਡ ਸੁਰੱਖਿਆ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਦਿਆਂ ਹੋਇਆਂ ਆਂਗਨਵਾੜੀ ਕੇਂਦਰਾਂ ਨੂੰ ਦੁਬਾਰਾ ਖੋਲ੍ਹਣ ਦੇ ਲਈ ਵੀ ਕਿਹਾ। ਕੋਵਿਡ ਮਾਮਲਿਆਂ ਦੀ ਸਕਾਰਾਤਮਕਤਾ ਦਰ ਦੇ ਵਿੱਚ ਗਿਰਾਵਟ ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀਆਂ ਸਮੇਤ ਕੋਵਿਡ ਸੁਰੱਖਿਆ ਪ੍ਰੋਟੋਕਾਲਾਂ ਦੀ ਸਖਤੀ ਦੇ ਨਾਲ ਪਾਲਣਾ ਯਕੀਨੀ ਬਣਾਉਣ ਦੇ ਲਈ ਵੀ ਕਿਹਾ। ਉਹਨਾਂ ਨੇ ਸਿਹਤ ਵਿਭਾਗ ਨੂੰ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਤੇ ਮੱਦੇਨਜ਼ਰ ਸਾਵਧਾਨੀ ਦੇ ਉਪਾਅ ਦੇ ਵਜੋਂ ਪ੍ਰਤੀਦਿਨ 50,000 ਤੱਕ ਦੀ ਟੈਸਟਿੰਗ ਸਮਰੱਥਾ ਵਧਾਉਣ ਦੇ ਲਈ ਵੀ ਕਿਹਾ। ਮੌਜੂਦਾ ਕੋਵਿਡ ਸਥਿਤੀ ਦੇ ਬਾਰੇ ਸੰਖੇਪ ਪੇਸ਼ਕਾਰੀ ਦਿੰਦਿਆਂ ਹੋਇਆਂ ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ਼੍ਰੀ ਆਲੋਕ ਸ਼ੇਖਰ ਨੇ ਕਿਹਾ ਕਿ ਪਿਛਲੇ ਹਫ਼ਤੇ ਦੇ ਦੌਰਾਨ 232 ਮਾਮਲੇ ਪ੍ਰਤੀਦਿਨ ਔਸਤਨ 32 ਸਕਾਰਾਤਮਕ ਮਾਮਲਿਆਂ ਦੇ ਨਾਲ ਸਾਹਮਣੇ ਆਏ ਨੇ। ਉਹਨਾਂ ਨੇ ਅੱਗੇ ਵੀ ਦੱਸਿਆ ਕਿ 14 ਤੋਂ 20 ਸਤੰਬਰ ਤੱਕ ਸਿਰਫ ਬਲੈਕ ਫੰਗਸ ਦਾ 21 ਕੇਸ ਸਾਹਮਣੇ ਆਇਆ, ਜਦਕਿ ਇਸ ਤੋਂ ਬਾਅਦ ਕਈ ਨਵੇਂ ਕੇਸ ਸਾਹਮਣੇ ਨਹੀਂ ਆਏ। ਪ੍ਰਮੁੱਖ ਸਕੱਤਰ ਸਿਹਤ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਹੈ ਕਿ ਰਾਜ ਦੇ ਵਿੱਚ ਕੋਵਿਡ ਦੀ ਸਥਿਤੀ ਸਥਿਰ ਹੈ। ਇਸ ਵੇਲੇ ਵਿਦਿਆਰਥੀਆਂ ਤੇ ਵਿਸ਼ੇਸ਼ ਧਿਆਨ ਦੇ ਨਾਲ ਰੋਜ਼ਾਨਾ 25,000 ਤੋਂ 30,000 ਕੋਵਿਡ ਟੈਸਟ ਵੀ ਕੀਤੇ ਜਾ ਰਹੇ ਨੇ। ਰਾਜ ਭਰ ਦੇ ਵਿੱਚ ਕੋਵਿਡ ਟੀਕਾਕਰਨ ਦੇ ਲਈ ਆਬਾਦੀ ਦਾ ਹਿਸਾਬ ਦਿੰਦਿਆਂ ਹੋਇਆਂ ਸ਼੍ਰੀ ਸ਼ੇਖਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ 60 ਸਾਲ ਤੋਂ ਵੱਧ ਉਮਰ ਦੀ 91%, 45 ਤੋਂ 59 ਦੀ 77%, 18 ਤੋਂ 44 ਸਾਲਾਂ ਦੀ 57% ਦੀ ਪਹਿਲੀ ਖੁਰਾਕ ਵੀ ਕਵਰ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਰਾਜ ਦੇ ਵਿੱਚ ਇਸ ਵੇਲੇ ਕੋਵੈਕਸੀਨ ਦੀਆਂ 21,88,095 ਖੁਰਾਕਾਂ ਤੇ ਕੋਵਿਸ਼ੀਲਡ ਦੀਆਂ 26,18,60 ਖੁਰਾਕਾਂ ਉਪਲਬਧ ਨੇ। ਉਧਰ ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦਾ ਬਠਿੰਡਾ ਦੇ ਵਿੱਚ ਜਿੱਥੇ ਜ਼ੋਰਦਾਰ ਸਵਾਗਤ ਕੀਤਾ ਗਿਆ, ਉੱਥੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਸਲਾਮੀ ਵੀ ਦਿੱਤੀ ਗਈ। ਇਸ ਮੌਕੇ ਤੇ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੇਂਦਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮਿਲਣ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰਨੀ ਚਾਹੀਦੀ ਸੀ। ਉਹਨਾਂ ਨੇ ਕਿਹਾ ਕਿ ਕਾਂਗਰਸ ਨੇ 9.5 ਸਾਲ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਇਆ। ਉਹਨਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਤੇ ਗੌਰ ਕੀਤਾ ਜਾਵੇ। ਜਲਦੀ ਦੇ ਵਿੱਚ ਅਤੇ ਜਜ਼ਬਾਤੀ ਹੋ ਕੇ ਲਏ ਗਏ ਫੈਸਲੇ ਹਮੇਸ਼ਾ ਨੁਕਸਾਨਦੇਹ ਹੁੰਦੇ ਨੇ। ਪੰਜਾਬ ਰੋਡਵੇਜ਼ ਤੇ PRTC ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਰਾਜਾ ਵੜਿੰਗ ਨੇ ਕਿਹਾ ਕਿ ਬੱਸ ਅੱਡਿਆਂ ਦੇ ਵਿੱਚ ਸੁਧਾਰ ਕੀਤਾ ਜਾਵੇਗਾ, ਸਫਾਈ ਵਾਲਾ ਖੁਦ ਧਿਆਨ ਦੇਣਗੇ, ਬੱਸ ਅੱਡਿਆਂ ਦੇ ਵਿੱਚ ਨਾਜਾਇਜ਼ ਕਬਜ਼ੇ ਖਤਮ ਕੀਤੇ ਜਾਣਗੇ ਤੇ ਪਿਛਲੇ 5 ਸਾਲਾਂ ਤੋਂ ਖਾਲੀ ਪਈਆਂ ਦੁਕਾਨਾਂ ਦੀ ਬੋਲੀ ਹਰ ਸੰਭਵ ਤਰੀਕੇ ਦੇ ਨਾਲ ਕੀਤੀ ਜਾਵੇਗੀ। ਨਾਜਾਇਜ਼ ਚੱਲਦੀਆਂ ਬੱਸਾਂ ਨੂੰ ਬੰਦ ਕੀਤਾ ਜਾਵੇਗਾ ਤੇ ਪਰਮਿਟ ਦੀ ਬਕਾਇਆ ਰਾਸ਼ੀ ਵਸੂਲ ਵੀ ਕੀਤੀ ਜਾਵੇਗੀ। ਨਾ ਭਰਨ ਦੀ ਸੂਰਤ ਦੇ ਵਿੱਚ ਪਰਮਿਟ ਰੱਦ ਵੀ ਕੀਤੇ ਜਾਣਗੇ। ਉਹਨਾਂ ਨੇ ਕਿਹਾ ਕਿ ਸਰਕਾਰੀ ਪੈਸੇ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਹੋਵੇਗਾ। PRTC ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ ਤੇ ਪੰਜਾਬ ਰੋਡਵੇਜ਼ ਸਾਰੇ ਡਿਪੂ ਦੀ ਬੱਸਾਂ ਨੂੰ ਪ੍ਰੋਫਿਟ ਦੇ ਵਿੱਚ ਯਾਦਾਂ ਲਿਆਂਦਾ ਜਾਵੇਗਾ। ਰਾਜਾ ਵੜਿੰਗ ਨੇ ਬਠਿੰਡੇ ਦੇ GM ਨੂੰ ਇੱਕ ਹਫ਼ਤੇ ਦੇ ਵਿੱਚ ਸੁਧਾਰ ਲਿਆਉਣ ਦੇ ਹੁਕਮ ਜਾਰੀ ਕੀਤੇ ਨੇ। ਉਧਰ ਪੱਛਮੀ ਬੰਗਾਲ ਦੇ ਵਿੱਚ ਵੀਰਵਾਰ ਨੂੰ ਭਵਾਨੀਪੁਰ, ਸ਼ਮਸ਼ੇਰਗੰਜ, ਜੰਗੀਪੁਰ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣਾਂ ਦੇ ਲਈ ਵੋਟਾਂ ਪੈ ਰਹੀਆਂ ਨੇ। ਵੋਟਾਂ ਸਵੇਰੇ 7 ਵਜੇ ਤੋਂ ਸ਼ੁਰੂ ਨੇ ਤੇ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਸੂਬੇ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ ਦੀ ਟਿਕਟ ਤੇ ਕਿਸਮਤ ਅਜ਼ਮਾ ਰਹੀ ਹੈ। ਉੱਥੇ ਹੀ ਭਾਜਪਾ ਪਾਰਟੀ ਨੇ ਪ੍ਰਿਯੰਕਾ ਟਿਬਰੀਵਾਲ ਨੂੰ ਚੁਣਾਵੀ ਮੈਦਾਨ ਦੇ ਵਿੱਚ ਉਤਾਰਿਆ, ਜਦਕਿ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਵੱਲੋਂ ਸ਼੍ਰੀ ਜੀ ਵਿਸ਼ਵਾਸ ਕਿਸਮਤ ਅਜ਼ਮਾ ਰਹੇ ਨੇ। ਇਹਨਾਂ ਤਿੰਨੋਂ ਸੀਟਾਂ ਦੇ ਲਈ ਕੁੱਲ 6,97,164 ਵੋਟਰ ਨੇ। ਵੋਟਾਂ ਦੀ ਗਿਣਤੀ 2 ਅਕਤੂਬਰ ਨੂੰ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਵਿੱਚ ਮਮਤਾ ਬੈਨਰਜੀ ਨੰਦੀਗ੍ਰਾਮ ਸੀਟ ਤੋਂ ਹਾਰ ਗਈ ਸੀ। ਹੁਣ ਮੁੱਖ ਮੰਤਰੀ ਅਹੁਦੇ ਤੇ ਬਣੇ ਰਹਿਣ ਦੇ ਲਈ ਉਹਨਾਂ ਨੇ ਇਸ ਜ਼ਿਮਨੀ ਚੋਣ ਦੇ ਵਿੱਚ ਜਿੱਤ ਹਾਸਲ ਕਰਨੀ ਹੋਵੇਗੀ। ਉੱਥੇ ਹੀ 2 ਉਮੀਦਵਾਰਾਂ ਦੀ ਮੌਤ ਤੋਂ ਬਾਅਦ ਅਪ੍ਰੈਲ ਦੇ ਵਿੱਚ ਜੰਗੀਪੁਰ ਅਤੇ ਸ਼ਮਸ਼ੇਰਗੰਜ ਦੇ ਵਿੱਚ ਚੋਣਾਂ ਰੱਦ ਕਰਨੀਆਂ ਵੀ ਪਈਆਂ ਸਨ। ਵੋਟਿੰਗ ਕੇਂਦਰਾਂ ਦੇ ਬਾਹਰ ਸਵੇਰ ਤੋਂ ਵੀ ਲੋਕ ਲਾਈਨਾਂ ਦੇ ਵਿੱਚ ਖੜੇ ਨਜ਼ਰ ਆਏ। ਇਹਨਾਂ ਤਿੰਨੋਂ ਸੀਟਾਂ ਤੇ ਕੋਰੋਨਾ ਪ੍ਰੋਟੋਕਾਲ ਦਾ ਪਾਲਣ ਵੀ ਕੀਤਾ ਜਾ ਰਿਹਾ। ਭਵਾਨੀਪੁਰ ਦੇ ਵਿੱਚ 98 ਵੋਟਿੰਗ ਕੇਂਦਰਾਂ ਦੇ ਵਿੱਚ 287 ਬੂਥ ਬਣਾਏ ਗਏ ਨੇ। ਇਹਨਾਂ ਦੇ ਵਿੱਚ 269 ਬੂਥ ਮੁੱਖ ਬੂਥ ਨੇ। ਹਰੇਕ ਬੂਥ ਦੇ ਬਾਹਰ 200 ਮੀਟਰ ਦੇ ਖੇਤਰ ਦੇ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ। ਭਵਾਨੀਪੁਰ ਵਿਧਾਨ ਸਭਾ ਖੇਤਰ ਦੇ ਵਿੱਚ 2,06,456 ਵੋਟਰ ਨੇ, ਜਿਨ੍ਹਾਂ ਦੇ ਵਿੱਚ 95,209 ਪੁਰਸ਼ ਅਤੇ 95,209 ਮਹਿਲਾ ਵੋਟਰ ਨੇ। ਭਵਾਨੀਪੁਰ ਚੋਣ ਖੇਤਰ ਦੇ ਸਾਰੇ ਬੂਥਾਂ ਦੇ ਸੰਵੇਦਨਸ਼ੀਲ ਐਲਾਨ ਕੀਤਾ ਗਿਆ। ਇਹਨਾਂ ਦੇ ਵਿੱਚੋਂ 13 ਬੂਥਾਂ ਨੂੰ ਹਾਈ ਅਲਰਟ ਜ਼ੋਨ ਦੇ ਵਿੱਚ ਵੀ ਰੱਖਿਆ ਗਿਆ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ।